ਭਾਰਤ ਕੈਨੇਡਾ ਦੇ ਵਿੱਚ ਵਿਵਾਦ ਦੇ ਚਲਦੇ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਇੱਕ ਹੋਰ ਬਹੁਤ ਵੱਡਾ ਤੇ ਬਹੁਤ ਅਹਿਮ ਬਿਆਨ ਦਿੱਤਾ ਹੈ ਅਤੇ ਨਾਲ ਦੇ ਨਾਲ ਜਿਹੜੇ ਕਥਿਤ ਅੱਤਵਾਦੀ ਨਿੱਜਰ ਦਾ ਕਤਲ ਹੋਇਆ ਕੈਨੇਡਾ ਵਿੱਚ ਉਸ ਬਾਰੇ ਵੀ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਕੀ ਖੁਲਾਸੇ ਕੀਤੇ ਨੇ ਅਤੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਜਸਟਿਨ ਟਰੂਡੋ ਦੀ ਕੀ ਗੱਲਬਾਤ ਹੋਈ ਹੈ, ਗੱਲਬਾਤ ਦਾ ਵਿਸ਼ਾ ਕੀ ਸੀ, ਕੀ ਨਤੀਜਾ ਨਿਕਲਿਆ ਉਸ ਗੱਲਬਾਤ ਦਾ, ਇਹਨਾਂ ਸਾਰੇ ਗੱਲਾਂ ਤੇ ਚਰਚਾ ਕਰਾਂਗੇ। ਤੁਹਾਨੂੰ ਦੱਸ ਦਈਏ ਕਿ ਪਿਛਲੇ ਕੁਝ ਦਿਨਾਂ ਤੋਂ ਭਾਰਤ ਅਤੇ ਕੈਨੇਡਾ ਵਿੱਚ ਬਹੁਤ ਵੱਡਾ ਵਿਵਾਦ ਛਿੜ ਚੁੱਕਿਆ ਹੈ। ਇਹ ਵਿਵਾਦ ਦਾ ਮੁੱਖ ਕਾਰਨ ਹੈ ਕਿ ਇੱਕ ਕਥਿਤ ਅੱਤਵਾਦੀ ਹਰਦੀਪ ਸਿੰਘ ਨਿੱਜਰ ਦਾ ਕਤਲ ਹੋਇਆ ਸੀਗਾ ਕੈਨੇਡਾ ਦੀ ਧਰਤੀ ਵਿੱਚ, ਜਿਸ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਭਾਰਤ ਦੀ ਖੂਫੀਆ ਏਜੰਸੀਆਂ ਤੇ ਇਲਜ਼ਾਮ ਲਾਇਆ, ਯਾਨੀ ਸਿੱਧਾ ਭਾਰਤ ਸਰਕਾਰ ਤੇ ਇਲਜ਼ਾਮ ਲਗਾਇਆ ਕਿ ਇਹਨਾਂ ਖੂਫੀਆ ਏਜੰਸੀਆਂ ਦਾ ਭਾਰਤ ਸਰਕਾਰ ਦਾ ਹੱਥ ਹੈ। ਇੱਕ ਕੈਨੇਡਾ ਦੇ ਸਿਟੀਜ਼ਨ ਦੇ ਕਤਲ ਵਿੱਚ, ਉਸਦੇ ਕਤਲकांड ਵਿੱਚ ਹਰਦੀਪ ਸਿੰਘ ਨਿੱਜਰ ਜੋ ਭਾਰਤ ਦੇ ਰਿਕਾਰਡ ਦੇ ਹਿਸਾਬ ਨਾਲ ਇੱਕ ਕਥਿਤ ਅੱਤਵਾਦੀ ਹੈ, ਉਸ ਦੇ ਕਤਲकांड ਵਿੱਚ ਭਾਰਤ ਦੀ ਖੂਫੀਆ ਏਜੰਸੀਆਂ ਦਾ ਹੱਥ ਹੈ, ਜਿਸ ਦੇ ਚਲਦੇ ਬਹੁਤ ਵਿਵਾਦ ਛਿੜ ਚੁੱਕਿਆ ਹੈ। ਮੁੱਦਾ ਬਹੁਤ ਭਖ ਚੁੱਕਿਆ ਹੈ। ਦੋਵੇਂ ਮੁਲਕਾਂ ਨੇ ਆਪਣੇ ਡਿਪਲੋਮੈਟ ਨੂੰ ਬਰਖਾਸਤ ਕਰ ਦਿੱਤਾ ਹੈ, ਆਪਣੇ ਮੁਲਕ ਵਾਪਸ ਜਾਣ ਦੀ ਗੱਲ ਕਰ ਦਿੱਤੀ ਹੈ ਅਤੇ ਇਸ ਦੇ ਨਾਲ ਹੀ ਭਾਰਤ ਨੇ ਕੈਨੇਡਾ ਦੇ ਨਾਗਰਿਕਾਂ ਨੂੰ ਵੀ ਵੀਜ਼ਾ ਸੇਵਾਵਾਂ ਦੇਣੀਆਂ ਅਗਲੇ ਨੋਟਿਸ ਤੱਕ ਮੁਅੱਤਲ ਕਰ ਦਿੱਤੀਆਂ ਨੇ, ਬੰਦ ਕਰ ਦਿੱਤੀਆਂ ਨੇ। ਜਦੋਂ ਤੱਕ ਭਾਰਤ ਸਰਕਾਰ ਇੱਕ ਨਵੀਂ ਨੋਟੀਫਿਕੇਸ਼ਨ, ਇੱਕ ਨਵਾਂ ਨੋਟਿਸ ਜਾਰੀ ਨਹੀਂ ਕਰਦੀ, ਉਦੋਂ ਤੱਕ ਕੈਨੇਡਾ ਦੇ ਕਿਸੇ ਵੀ ਨਾਗਰਿਕ ਨੂੰ ਵੀਜ਼ਾ ਸੇਵਾਵਾਂ, ਵੀਜ਼ਾ ਨਹੀਂ ਮਿਲੇਗਾ। ਭਾਵੇਂ ਕਿਸੇ ਵੀ ਕਾਰਨ ਪੱਖੋਂ ਉਸ ਕੈਨੇਡਾ ਦੇ ਨਾਗਰਿਕ ਨੇ ਭਾਰਤ ਵਿੱਚ ਆਉਣਾ ਹੋਵੇ, ਉਸ ਨੂੰ ਵੀਜ਼ਾ ਨਹੀਂ ਮਿਲੇਗਾ। ਇਸ ਦੇ ਚਲਦੇ ਹੁਣ ਜਿੱਥੇ ਵਿਵਾਦ ਭਖਿਆ ਹੋਇਆ ਹੈ, ਮੁੱਦਾ ਤਾਂ ਗਰਮਾਇਆ ਹੀ ਹੋਇਆ, ਪਰ ਹੁਣ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਇੱਕ ਹੋਰ ਬਿਆਨ ਦਿੱਤਾ ਹੈ। ਜਦੋਂ ਕੈਨੇਡਾ ਵਿੱਚ ਪੱਤਰਕਾਰਾਂ ਨਾਲ ਜਸਟਿਨ ਟਰੂਡੋ ਗੱਲ ਕਰ ਰਹੇ ਸਨ ਤਾਂ ਪੱਤਰਕਾਰਾਂ ਨੂੰ ਪੁੱਛਿਆ ਗਿਆ ਕਿ ਜਿਹੜਾ ਭਾਰਤ ਨੇ ਇਹ ਕਦਮ ਚੁੱਕਿਆ ਹੈ ਜਾਂ ਫਿਰ ਹਰਦੀਪ ਸਿੰਘ ਨਿੱਜਰ ਦੀ ਮੌਤ ਦੇ ਕਤਲकांड ਵਿੱਚ ਭਾਰਤ ਦਾ ਕਿੰਨਾ ਹੱਕ ਹੈ, ਭਾਰਤੀ ਖੁਫੀਆ ਏਜੰਸੀਆਂ ਦਾ ਕੀ ਹੱਕ ਹੈ, ਇਸ ਵਿੱਚ ਜਸਟਿਨ ਟਰੂਡੋ ਨੇ ਕੀ ਕਿਹਾ ਵੀ ਤੁਹਾਨੂੰ ਦੱਸ ਦਿੰਦੇ ਹਾਂ। ਪੱਤਰਕਾਰਾਂ ਨੇ ਪੁੱਛਿਆ ਕਿ ਜਿਹੜੇ ਸਬੂਤਾਂ ਦੀ ਗੱਲ ਜਸਟਿਨ ਟਰੂਡੋ ਕਰ ਰਹੇ ਨੇ, ਜਿਹੜੇ ਉਹਨਾਂ ਕੋਲ ਪੁਖਤਾ ਸਬੂਤ ਨੇ, ਉਹ ਦੁਨੀਆ ਸਾਹਮਣੇ ਪੇਸ਼ ਕਿਉਂ ਨਹੀਂ ਕਰਦੇ। ਤੇ ਇਸ ਮਾਮਲੇ ਵਿੱਚ ਜਸਟਿਨ ਟਰੂਡੋ ਨੇ ਕਿਹਾ ਕਿ ਸਾਡੇ ਕੋਲ ਪੁਖਤਾ ਸਬੂਤ ਹੈਗੇ ਨੇ, ਪਰ ਅਸੀਂ ਲੋਕਾਂ ਸਾਹਮਣੇ ਉਹ ਸਾਰਵਜਨਿਕ ਨਹੀਂ ਕਰ ਸਕਦੇ, ਕਿਉਂਕਿ ਜਨਤਕ ਨਹੀਂ ਕਰ ਸਕਦੇ, ਕਿਉਂਕਿ ਸ਼ਾਇਦ ਹੋ ਸਕਦਾ ਹੈ ਕਿ ਜਿਹੜੀ ਖੂਫੀਆ ਏਜੰਸੀਆਂ ਦੇ ਲੋਕ, ਹਜੇ ਵੀ ਕੁਝ ਲੋਕ ਕੈਨੇਡਾ ਵਿੱਚ ਮੌਜੂਦ ਹੋਣ ਜਿਹੜੇ ਇਸ ਪੂਰੇ ਮਾਮਲੇ ਤੇ ਅੱਖ ਰੱਖੀ ਬੈਠੇ ਹੋਣ। ਇਸ ਕਰਕੇ ਭਾਵੇਂ ਗਵਾਹ ਦੇ ਨਾ ਹੋਣ ਜਾਂ ਕੋਈ ਡਾਕੂਮੈਂਟ ਹੋਵੇ, ਕੋਈ ਵੀਡੀਓ ਹੋਵੇ, ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਕਹਿਣਾ ਹੈ ਅਸੀਂ ਉਹ ਸਬੂਤ ਜਨਤਕ ਨਹੀਂ ਕਰ ਸਕਦੇ, ਲੋਕਾਂ ਸਾਹਮਣੇ ਨਹੀਂ ਦੱਸ ਸਕਦੇ। ਅਤੇ ਉਹਨਾਂ ਦਾ ਇਹ ਵੀ ਕਿਹਾ ਕਿ ਹਰਦੀਪ ਸਿੰਘ ਨਿੱਜਰ ਦੇ ਕਤਲकांड ਵਿੱਚ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲਬਾਤ ਕੀਤੀ ਹੈ, ਸਪਸ਼ਟ ਗੱਲਬਾਤ ਕੀਤੀ ਹੈ, ਜਿਸ ਵਿੱਚ ਉਹਨਾਂ ਨੇ ਕੈਨੇਡਾ ਦੇ ਇੱਕ ਸਿਟੀਜ਼ਨ ਦੀ ਮੌਤ ਦਾ, ਕਤਲ ਦਾ ਮੁੱਦਾ ਚੁੱਕਿਆ। ਤੁਹਾਨੂੰ ਦੱਸ ਦਈਏ ਕਿੰਨੇ ਖੂਬੀ ਨਾਲ, ਅੱਖਰਾਂ ਨਾਲ ਖੇਡਿਆ ਜਾ ਰਿਹਾ, ਸ਼ਬਦਾਂ ਨਾਲ ਖੇਡ ਰਹੇ ਨੇ ਕੈਨੇਡਾ ਦੇ ਪ੍ਰਧਾਨ ਮੰਤਰੀ ਕਿ ਇੱਕ ਕਥਿਤ ਅੱਤਵਾਦੀ ਕਹਿਣ ਦੀ ਬਜਾਏ ਉਹ ਕੈਨੇਡਾ ਦਾ ਇੱਕ ਸਿਟੀਜ਼ਨ ਹੈ। ਕੈਨੇਡਾ ਦੇ ਸਿਟੀਜ਼ਨ ਉਸ ਸ਼ਬਦ ਤੇ, ਕੈਨੇਡਾ ਦੇ ਨਾਗਰਿਕ ਸ਼ਬਦ ਤੇ ਵੱਧ ਜ਼ੋਰ ਦੇ ਰਹੇ ਨੇ, ਨਾ ਕਿ ਇੱਕ ਕਥਿਤ ਅੱਤਵਾਦੀ ਜਿਸ ਉੱਤੇ 2007 ਲੁਧਿਆਣਾ ਸ਼ਿੰਗਾਰ ਸਿਨੇਮਾ ਪੈਲੇਸ ਤੇ ਹੋਏ ਬਲਾਸਟ ਦਾ ਅਕਿਊਜ਼ਡ ਹੈ, ਮੁੱਖ ਦੋਸ਼ੀ ਹੈ, ਸਸਪੈਕਟ ਹੈ ਕਿ ਉਸਨੇ ਉਹ ਬਲਾਸਟ ਕਰਵਾਇਆ ਸੀਗਾ, ਕਿ ਇੱਕ ਅੱਤਵਾਦੀ ਕਹਿਣ ਦੀ ਬਜਾਏ ਕਿ ਇੱਕ ਅੱਤਵਾਦੀ ਦਾ ਕਤਲ ਹੋ ਗਿਆ। ਕੈਨੇਡਾ ਦੇ ਪ੍ਰਧਾਨ ਮੰਤਰੀ ਸ਼ਬਦਾਂ 'ਚ ਖੇਡਦੇ ਹੋਏ ਕੈਨੇਡਾ ਦੇ ਨਾਗਰਿਕ ਕਹਿਣ ਦੀ ਗੱਲ ਕਰ ਰਹੇ ਨੇ ਕਿ ਉਸ ਦੇ ਕਤਲकांड ਵਿੱਚ ਭਾਰਤ ਦੀ ਖੂਫੀਆ ਏਜੰਸੀਆਂ ਦਾ ਹੱਥ ਹੈ। ਤਾਂ ਦੱਸ ਦਈਏ ਕੈਨੇਡਾ ਦੇ ਪ੍ਰਧਾਨ ਮੰਤਰੀ ਦਾ ਇਹ ਵੀ ਕਹਿਣਾ ਕਿ ਉਹਨਾਂ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਸਿੱਧੀ ਗੱਲਬਾਤ ਕੀਤੀ ਹੈ, ਜਿਸ ਵਿੱਚ ਇਹ ਕਿਹਾ ਕਿ ਭਾਰਤ ਇਸ ਮੁੱਦੇ ਤੇ ਪਾਰਦਰਸ਼ਤਾ ਲੈ ਕੇ ਆਵੇ, ਗੰਭੀਰਤਾ ਨਾਲ ਇਸ ਮੁੱਦੇ ਤੇ ਸੋਚੇ, ਕਿਉਂਕਿ ਬਹੁਤ ਵੱਡਾ ਮਾਮਲਾ ਹੈ ਕਿ ਕਿਵੇਂ ਕਿ ਕਿਸੇ ਫੋਰਨ ਕੰਟਰੀ ਦੀ ਇਨਵੋਲਵਮੈਂਟ ਹੋ ਸਕਦੀ ਹੈ ਕਿਸੇ ਦੂਸਰੇ ਮੁਲਕ ਦੇ ਨਾਗਰਿਕ ਦੇ ਕਤਲकांड ਵਿੱਚ। ਜੋ ਕੈਨੇਡਾ ਦੇ ਪ੍ਰਧਾਨ ਮੰਤਰੀ ਕਹਿ ਰਹੇ ਨੇ ਕਿ ਕਿਵੇਂ ਕੋਈ ਬਾਹਰਲਾ ਮੁਲਕ ਆ ਕੇ ਬਾਹਰਲੇ ਮੁਲਕ ਦੀ ਖੂਫੀਆ ਏਜੰਸੀਆਂ ਅਜਿਹਾ ਕੋਈ ਕੰਮ ਕਰ ਸਕਦੀਆਂ ਨੇ। ਇਸ ਕਰਕੇ ਜਿਹੜੇ ਸਬੂਤ ਕੈਨੇਡਾ ਦੇ ਪ੍ਰਧਾਨ ਮੰਤਰੀ ਕੋਲ ਹੈਗੇ ਨੇ, ਉਹਨਾਂ ਦਾ ਕਹਿਣਾ ਅਸੀਂ ਜਨਤਕ ਨਹੀਂ ਕਰ ਸਕਦੇ, ਪਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਦੇ ਹੋਏ ਉਹਨਾਂ ਨੇ ਸਪਸ਼ਟਤਾ ਦਿਖਾਈ ਹੈ, ਸਿੱਧੀ ਗੱਲਬਾਤ ਕੀਤੀ ਹੈ ਕਿ ਭਾਰਤ ਇਸ ਮੁੱਦੇ ਤੇ ਗੰਭੀਰਤਾ ਨਾਲ ਸੋਚੇ, ਪਾਰਦਰਸ਼ਤਾ ਲੈ ਕੇ ਆਵੇ ਅਤੇ ਨਿਆਂ ਨੂੰ, ਜਿਹੜਾ ਨਿਆਂ ਹੋਣਾ ਉਸ ਨੂੰ ਯਕੀਨੀ ਬਣਾਉਣ ਲਈ ਜਵਾਬਦੇਹੀ ਭਾਰਤ ਸਰਕਾਰ ਨੂੰ ਕਰਨੀ ਚਾਹੀਦੀ ਹੈ, ਇਸ ਮੁੱਦੇ ਤੇ ਜਵਾਬਦੇਹੀ ਦੇਣੀ ਚਾਹੀਦੀ ਹੈ। ਅਤੇ ਨਾਲ ਦੇ ਨਾਲ ਜਦੋਂ ਇਹ ਪੁੱਛਿਆ ਗਿਆ ਕਿ ਭਾਰਤ ਦੇ ਪ੍ਰਧਾਨ ਮੰਤਰੀ ਨੇ ਜਾਂ ਭਾਰਤ ਸਰਕਾਰ ਨੇ ਕੈਨੇਡਾ ਨਾਗਰਿਕਾਂ ਵਾਸਤੇ ਵੀਜ਼ਾ ਸੇਵਾਵਾਂ ਬੰਦ ਕਰ ਦਿੱਤੀਆਂ ਨੇ, ਤਾਂ ਕਿ ਕੈਨੇਡਾ ਵੀ ਭਾਰਤ ਦੇ ਨਾਗਰਿਕਾਂ ਲਈ ਅਜਿਹੀ ਕੋਈ ਹਰਕਤ ਕਰੇਗਾ, ਅਜਿਹਾ ਕੋਈ ਫੈਸਲਾ ਲਵੇਗਾ। ਜਦੋਂ ਪੱਤਰਕਾਰਾਂ ਨੇ ਇਹ ਸਵਾਲ ਪੁੱਛਿਆ ਤਾਂ ਜ਼ਰੂਰ
ਕੈਨੇਡਾ ਦੇ ਪ੍ਰਧਾਨ ਮੰਤਰੀ ਕੁਛ ਨਾ ਕੁਛ ਸ਼ਬਦਾਂ 'ਚ ਉਲਝਦੇ ਵਿਖੇ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਤੇ ਭਾਰਤ ਦਾ ਇਤਿਹਾਸ ਕੁਝ ਇਦਾਂ ਦਾ ਹੈ ਕਿ ਭਾਰਤ ਦੀ ਇਕਨੋਮੀ ਦਾ ਬਹੁਤ ਵੱਡਾ ਹਿੱਸਾ, ਕੈਨੇਡਾ ਦੀ ਇਕਨੋਮੀ ਦਾ ਬਹੁਤ ਵੱਡਾ ਹਿੱਸਾ ਭਾਰਤ ਤੇ ਨਿਰਭਰ ਕਰਦਾ ਹੈ, ਕਿਉਂਕਿ ਜਿੰਨੀ ਪੜਨ ਲਈ ਲੋਕ ਭਾਰਤ ਤੋਂ ਕੈਨੇਡਾ ਵਿੱਚ ਜਾਂਦੇ ਨੇ, ਉਸ ਵਿੱਚ 30 ਤੋਂ 40% ਕੈਨੇਡਾ ਦੀ ਇਕਨੋਮੀ ਦਾ ਉਹ ਹਿੱਸਾ ਹੈ ਕਿ ਜਿਹੜਾ ਇਮੀਗ੍ਰੈਂਟਸ ਤੋਂ ਪੈਸਾ ਕਮਾਉਂਦੀ ਹੈ। ਇਸ ਕਰਕੇ ਕੈਨੇਡਾ ਸਰਕਾਰ ਕਦੇ ਵੀ ਅਜਿਹਾ ਕੁਝ ਨਹੀਂ ਕਰ ਸਕਦੀ। ਇਸ ਕਰਕੇ ਸ਼ਬਦਾਂ ਨੂੰ ਮਰੋੜਦੇ ਹੋਏ, ਗੱਲ ਗੋਲ-ਮੋਲ ਕਰਦੇ ਹੋਏ ਕੈਨੇਡਾ ਦੇ ਪ੍ਰਧਾਨ ਮੰਤਰੀ ਨੇ ਸਾਫ਼ ਤੌਰ ਤੇ ਕਿਹਾ ਕਿ ਸਾਨੂੰ ਇੱਕ ਖੇਤਰ ਵਿੱਚ ਨਹੀਂ, ਭਾਰਤ ਨਾਲ ਦੁਨੀਆ ਦੇ ਹਰ ਖੇਤਰ ਵਿੱਚ ਕੰਮ ਕਰਨਾ ਜਾਰੀ ਰੱਖਣਾ ਹੈ। ਅਸੀਂ ਇਹਨਾਂ ਸਾਰੇ ਮੁੱਦਿਆਂ ਨੂੰ ਕਿਸੇ ਤਰੀਕੇ ਨਾਲ ਉਕਸਾਉਣ ਜਾਂ ਸਮੱਸਿਆਵਾਂ ਪੈਦਾ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ, ਪਰ ਅਸੀਂ ਕਾਨੂੰਨ ਦੇ ਸ਼ਾਸਨ ਲਈ ਖੜੇ ਹੋਣ ਅਤੇ ਕੈਨੇਡਾ ਦੇ ਲੋਕਾਂ ਦੀ ਸੁਰੱਖਿਆ ਦੇ ਮਹੱਤਵ ਬਾਰੇ ਸਪਸ਼ਟ ਹਾਂ। ਇਸ ਲਈ ਭਾਰਤ ਸਰਕਾਰ ਇਸ ਸੱਚ ਦਾ ਪਰਦਾਫਾਸ਼ ਕਰੇ, ਗੱਲਬਾਤ ਕਰੇ ਕੈਨੇਡਾ ਸਰਕਾਰ ਨਾਲ ਕਿ ਇਹ ਸਾਰੀ ਜਿਹੜਾ ਵਾਕਿਆ ਹੋਇਆ, ਇਹ ਹੋਇਆ ਕਿਵੇਂ ਹੈ, ਕਿ ਜਿਹੜੀ ਸਬੂਤ ਗੱਲ ਕਰ ਰਹੇ ਨੇ, ਜਿਹੜੇ ਸਬੂਤਾਂ ਦੀ ਜਸਟਿਨ ਟਰੂਡੋ, ਕੀ ਵਾਕਿਆ ਅਜਿਹੇ ਕੋਈ ਸਬੂਤ ਉਹਨਾਂ ਕੋਲ ਹੈਗੇ ਨੇ? ਜੇ ਹੈਗੇ ਨੇ ਤਾਂ ਉਹਨਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ? ਅਤੇ ਇਸ ਦੇ ਨਾਲ ਇੱਕ ਹੋਰ ਜਿਹੜੀ ਚਰਚਾ ਛਿੜੀ ਹੋਈ ਹੈ ਉਹ ਇਹ ਵੀ ਹੈ ਕਿ ਕਿਤੇ ਜਸਟਿਨ ਟਰੂਡੋ ਸਿਆਸਤ ਦੇ ਦਬਾਅ 'ਚ ਆ ਕੇ ਤਾਂ ਅਜਿਹੀ ਕੋਈ ਗੱਲ ਨਹੀਂ ਕਰ ਰਿਹਾ, ਕਿਉਂਕਿ ਤੁਹਾਨੂੰ ਦੱਸ ਦਈਏ ਕਿ ਕੈਨੇਡਾ ਦੇ ਇੱਕ ਮੈਂਬਰ ਆਫ ਪਾਰਲੀਮੈਂਟ ਨੇ ਜਗਮੀਤ ਸਿੰਘ, ਜੋ ਨਿਊ ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਵੀ ਹਾਊਸ ਆਫ ਕਾਮਨ ਵਿੱਚ ਇਸ ਗੱਲ ਤੇ ਮੁੱਦਾ ਚੁੱਕਿਆ ਸੀ ਕਿ ਕਿਵੇਂ ਕੈਨੇਡਾ ਦੀ ਧਰਤੀ ਤੇ ਕਈ ਅਜਿਹੇ ਘਟਨਾਵਾਂ ਹੋ ਚੁੱਕੀਆਂ ਨੇ ਜਿਨ੍ਹਾਂ ਵਿੱਚ ਭਾਰਤ ਸਰਕਾਰ ਦਾ ਹੱਥ ਹੈ। ਉੱਥੇ ਹੀ ਜਸਟਿਨ ਟਰੂਡੋ, ਜਿਹੜੀ ਦੂਸਰੀ ਪਾਰਟੀ ਦੇ ਆਗੂ ਨੇ, ਜੋ ਇਸ ਵੇਲੇ ਪੂਰੀ ਤਰੀਕੇ ਨਾਲ ਕੈਨੇਡਾ ਵਿੱਚ ਮੈਜੋਰਿਟੀ 'ਚ ਨਹੀਂ ਹੈਗੀ, ਲਿਬਰਲ ਪਾਰਟੀ ਆਫ ਕੈਨੇਡਾ ਦੇ ਉਹ ਲੀਡਰ ਨੇ, ਪ੍ਰਧਾਨ ਮੰਤਰੀ ਨੇ। ਇਸ ਕਰਕੇ ਲੋਕਾਂ ਦਾ ਇਹ ਵੀ ਮੰਨਣਾ ਹੈ ਕਿ ਕਿਤੇ ਨਾ ਕਿਤੇ ਦੋ ਵੱਖਰੀ ਸੋਚ ਦੀ ਪਾਰਟੀ ਇਕੱਠੀ ਹੋ ਗਈ ਨੇ। ਇਸ ਕਰਕੇ ਜਸਟਿਨ ਟਰੂਡੋ ਨੂੰ ਸਿਆਸਤ ਦੇ ਚਲਦੇ, ਆਪਣੀ ਕੁਰਸੀ ਦੇ ਖੌਫ ਦੇ ਚਲਦੇ ਇਹ ਕਦਮ ਚੁੱਕਣਾ ਪੈ ਰਿਹਾ ਹੈ ਕਿ ਉਹਨਾਂ ਨੂੰ ਅਜਿਹੀ ਸੋਚ ਨਾਲ ਹੱਥ ਮਿਲਾਉਣਾ ਪੈ ਰਿਹਾ ਹੈ, ਅਜਿਹੀ ਪਾਰਟੀ ਨਾਲ ਹੱਥ ਮਿਲਾਉਣਾ ਪੈ ਰਿਹਾ ਜਿਹੜੀ ਇਸ ਸੋਚ ਨਾਲ ਇਤਫਾਕ ਰੱਖਦੀ ਹੈ, ਜਿਸ ਦੇ ਕੁਝ ਲੀਡਰ ਵੱਖਵਾਦੀ ਗਤੀਵਿਧੀਆਂ ਵਿੱਚ ਜਾਂ ਵੱਖਵਾਦੀ ਸੋਚ ਰੱਖਣ ਵਾਲੇ ਲੋਕਾਂ ਨੂੰ ਸ਼ਹਿ ਦਿੰਦੇ ਨੇ, ਉਹਨਾਂ ਨਾਲ ਹਮਦਰਦੀ ਵਰਤਾਉਂਦੇ ਨੇ। ਕਿ ਕਿਤੇ ਵਾਕਈ ਇਸ ਗੱਲ ਵਿੱਚ ਕਿੰਨੀ ਸੱਚਾਈ ਹੈ, ਕਿੰਨਾ ਝੂਠ ਹੈ, ਇਹਦਾ ਜਦੋਂ ਕੈਨੇਡਾ ਦੇ ਇਲੈਕਸ਼ਨਸ ਆਉਣਗੇ, ਚੋਣਾਂ ਆਉਣਗੀਆਂ, ਉਦੋਂ ਪਤਾ ਚੱਲ ਜਾਵੇਗਾ ਕਿ ਜਦੋਂ ਦੁਬਾਰਾ ਜਸਟਿਨ ਟਰੂਡੋ ਕੈਨੇਡਾ ਦੇ ਪ੍ਰਧਾਨ ਮੰਤਰੀ ਪਦ ਲਈ ਖੜੇ ਹੋਣਗੇ, ਚੋਣਾਂ ਵਿੱਚ ਖੜਨਗੇ, ਕਿ ਜਗਮੀਤ ਸਿੰਘ ਉਹਨਾਂ ਦਾ ਸਾਥ ਦੇਣਗੇ, ਜਿਹੜੀ ਲਿਬਰਲ ਪਾਰਟੀ ਆਫ ਕੈਨੇਡਾ ਅਤੇ ਨਿਊ ਡੈਮੋਕ੍ਰੈਟਿਕ ਪਾਰਟੀ ਕਿਤੇ ਰਲ ਕੇ ਦੁਬਾਰਾ ਇਲੈਕਸ਼ਨਸ ਲੜਨਗੇ। ਇਸ ਕਰਕੇ ਜਸਟਿਨ ਟਰੂਡੋ ਕਿਤੇ ਸਿਆਸਤ ਦੇ ਦਬਾਅ ਵਿੱਚ ਆ ਕੇ, ਆਪਣੀ ਕੁਰਸੀ ਦੇ ਖੌਫ ਕਰਕੇ ਤਾਂ ਨਹੀਂ ਇਹ ਕਦਮ ਚੁੱਕਦੇ ਪਏ, ਕਿਉਂਕਿ ਕਿਸੇ ਵੀ ਮੁਲਕ ਦੀ ਸਰਕਾਰ ਤੇ ਐਡਾ ਵੱਡਾ ਇਲਜ਼ਾਮ ਲਗਾਉਣਾ ਕਿ ਉਹਨਾਂ ਨੇ ਇੱਕ ਨਾਗਰਿਕ ਨੂੰ, ਇੱਕ ਦੂਸਰੇ ਮੁਲਕ ਦੇ ਨਾਗਰਿਕ ਦੇ ਕਤਲकांड ਵਿੱਚ ਉਹਨਾਂ ਦਾ ਹੱਥ ਰਿਹਾ ਹੈ, ਬਹੁਤ ਵੱਡੀ ਗੱਲ ਹੈ। ਹਾਲਾਂਕਿ ਜਿਹੜੇ ਮੁਲਕਾਂ ਤੋਂ ਕੈਨੇਡਾ ਨੇ ਦਰਖਾਸਤ ਕੀਤੀ ਸੀ ਕਿ ਇਸ ਮੁੱਦੇ ਤੇ ਉਹ ਮੁਲਕ ਕੈਨੇਡਾ ਦੇ ਨਾਲ ਆ ਕੇ ਭਾਰਤ ਸਰਕਾਰ ਦੇ ਖਿਲਾਫ ਬੋਲਣ, ਭਾਰਤ ਮੁਲਕ ਦੇ ਖਿਲਾਫ ਕੁਝ ਕਾਰਵਾਈ ਕਰਨ, ਉਹਨਾਂ ਮੁਲਕਾਂ ਨੇ ਹੱਥ ਖੜੇ ਕਰ ਦਿੱਤੇ ਨੇ, ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਜਿਸ ਤਰੀਕੇ ਨਾਲ ਭਾਰਤ ਤਰੱਕੀ ਕਰ ਰਿਹਾ ਹੈ, ਭਾਰਤ ਨਾਲ, ਭਾਰਤ ਦੀ ਸਰਕਾਰ ਨਾਲ, ਉਸ ਦੇ ਟੈਲੈਂਟ ਨਾਲ, ਉਸ ਦੇ ਲੋਕਾਂ ਨਾਲ ਕੋਈ ਵੀ ਵਾਹ ਪਾਉਣਾ ਨਹੀਂ ਚਾਹੇਗਾ, ਪੰਗਾ ਲੈਣਾ ਨਹੀਂ ਚਾਹੇਗਾ, ਜਿਸ ਦੇ ਚਲਦੇ ਅੱਜ ਜਸਟਿਨ ਟਰੂਡੋ ਦਾ ਬਿਆਨ ਵੀ ਇਸੇ ਕਰਕੇ ਅੱਜ ਗੋਲਮੋਲ ਵਿਖਿਆ, ਕਿਉਂਕਿ ਜਿਹੜਾ ਪਹਿਲਾ ਸੰਸਦ 'ਚ ਜਿਸ ਤਰੀਕੇ ਦੀ ਉਹਨਾਂ ਦੀ ਆਵਾਜ਼ ਸੀ, ਉਹਨਾਂ ਦੇ ਹਾਵ ਭਾਵ ਸਨ, ਅੱਜ ਤੋਂ ਬਿਲਕੁਲ ਹਟ ਕੇ ਹਾਵ ਭਾਵ ਰਹੇ, ਉਹਨਾਂ ਦਾ ਵਰਤਾਵ ਬਿਲਕੁਲ ਵੱਖਰਾ ਰਿਹਾ। ਬੜੇ ਆਰਾਮ ਦੇ ਲਹਿਜੇ ਨਾਲ ਉਹਨਾਂ ਨੇ ਗੱਲਬਾਤ ਕੀਤੀ ਕਿ ਕਿਵੇਂ ਉਹਨਾਂ ਨੇ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕੀਤੀ। ਸ਼ਾਇਦ ਉਹ ਵੀ ਸਮਝ ਗਏ ਨੇ ਕਿ ਭਾਰਤ ਨਾਲ ਸਿੱਧੇ ਮੱਥੇ ਪੇਚਾ ਲੈਣਾ, ਪੰਗਾ ਲੈਣਾ ਬਹੁਤ ਭਾਰੀ ਪੈ ਸਕਦਾ, ਇਸ ਕਰਕੇ ਗੱਲਾਂ ਨੂੰ ਗੋਲਮੋਲ ਕਰਦੇ ਦਿਖੇ। ਪਰ ਜਿਹੜੀ ਮੇਨ ਮੁੱਦਾ ਇਹ ਹੈ ਕਿ ਕੀ ਵਾਕਈ ਜੇਕਰ ਜਸਟਿਨ ਟਰੂਡੋ ਕੋਲ ਅਜਿਹੇ ਕੋਈ ਸਬੂਤ ਨੇ, ਉਹਨਾਂ ਨੂੰ ਜਨਤਕ ਕਿਉਂ ਨਹੀਂ ਕੀਤਾ ਜਾ ਰਿਹਾ? ਐਡਾ ਵੱਡਾ ਬਿਆਨ ਜਦੋਂ ਸੰਸਦ ਵਿੱਚ ਦਿੱਤਾ ਜਾਂਦਾ ਹੈ ਤਾਂ ਸਿਰਫ ਗੱਲਾਂ ਤੇ ਅਫਵਾਹਾਂ ਤੇ ਬਿਆਨ ਨਹੀਂ ਦਿੱਤਾ ਜਾਂਦਾ, ਜ਼ਰੂਰ ਉਸ ਮੁਲਕ ਕੋਲ ਕੋਈ ਸਬੂਤ ਹੋਣੇ ਚਾਹੀਦੇ ਨੇ, ਤੇ ਜੇਕਰ ਸਬੂਤ ਹੈਗੇ ਨੇ ਉਹਨਾਂ ਨੂੰ ਜਨਤਕ ਕੀਤਾ ਜਾਵੇ, ਤਾਂ ਕਿ ਇਸ ਮਾਮਲੇ ਵਿੱਚ ਜਿਹੜੀ ਪਾਰਦਰਸ਼ਤਾ ਦੀ ਗੱਲ ਜਸਟਿਨ ਟਰੂਡੋ ਕਰ ਰਹੇ ਨੇ, ਉਹ ਪਾਰਦਰਸ਼ਤਾ ਬਣਾਈ ਜਾ ਸਕੇ, ਉਸ ਨੂੰ ਲੈ ਕੇ ਆਇਆ ਜਾ ਸਕੇ, ਤਾਂ ਕਿ ਭਾਰਤ ਸਰਕਾਰ ਵੀ ਆਪਣਾ ਪੂਰਾ ਸਹਿਯੋਗ ਦੇ ਸਕੇ। ਪਰ ਜਦੋਂ ਤੱਕ ਜਸਟਿਨ ਟਰੂਡੋ ਉਹਨਾਂ ਸਬੂਤਾਂ ਨੂੰ ਜਨਤਕ ਨਹੀਂ ਕਰਦੇ, ਭਾਰਤ ਸਰਕਾਰ ਨਾਲ ਸਾਂਝਾ ਨਹੀਂ ਕਰਦੇ, ਉਨੀ ਦੇਰ ਤੱਕ ਜਿਹੜਾ ਵਿਵਾਦ ਬਣਿਆ ਹੋਇਆ, ਜਿਹੜਾ ਦਰਾਰ ਪਈ ਹੋਈ ਹੈ ਦੋਵੇਂ ਮੁਲਕਾਂ ਦੇ ਰਿਲੇਸ਼ਨਸ ਵਿੱਚ, ਇਹ ਦਰਾਰ ਹੋਰ ਡੂੰਘੀ ਹੁੰਦੀ ਜਾਵੇਗੀ। ਕਿਉਂਕਿ ਜੋ ਹਾਲਾਤ ਬਣੇ ਹੋਏ ਨੇ, ਕਿਤੇ ਨਾ ਕਿਤੇ ਹੋ ਸਕਦਾ ਹੈ ਜੇ ਵੀਜ਼ਾ ਬੰਦ ਕਰ ਦਿੱਤਾ ਭਾਰਤ ਸਰਕਾਰ ਨੇ, ਤਾਂ
द्वेष ਵਿੱਚ ਆ ਕੇ ਆਕਰੋਸ਼ ਵਿੱਚ ਆ ਕੇ ਕੈਨੇਡਾ ਸਰਕਾਰ ਵੀ ਕੁਝ ਅਜਿਹੇ ਨਿਯਮ ਲਾਗੂ ਕਰ ਸਕਦੀ ਹੈ ਜਿਸ ਦਾ ਸਿੱਧਾ ਸਿੱਧਾ ਅਸਰ ਪੰਜਾਬੀਆਂ ਤੇ ਪੈ ਸਕਦਾ ਹੈ, ਕਿਉਂਕਿ ਬਹੁਤ ਵੱਡੀ ਮਾਤਰਾ ਵਿੱਚ ਪੰਜਾਬ ਦੇ ਲੋਕ ਨੇ, ਪੰਜਾਬੀ ਨੇ, ਹਰਿਆਣੇ ਦੇ ਲੋਕ ਨੇ ਜਿਹੜੇ ਕੈਨੇਡਾ ਵਿੱਚ ਜਾ ਕੇ ਪੜ੍ਹਦੇ ਨੇ, ਉੱਥੇ ਕੰਮ ਕਰਦੇ ਨੇ, ਘੁੰਮਣ ਜਾਂਦੇ ਨੇ। ਉਹਨਾਂ ਦੀ ਜ਼ਿੰਦਗੀ, ਉਹਨਾਂ ਦੀ ਜੀਵਨੀ ਤੇ ਵੀ ਬਹੁਤ ਵੱਡਾ ਫਰਕ ਪੈ ਸਕਦਾ ਹੈ। ਇਸ ਕਰਕੇ ਇਹ ਗੱਲ ਦੋਵਾਂ ਮੁਲਕਾਂ ਨੂੰ ਸੋਚਣ ਦੀ ਲੋੜ ਹੈ ਕਿ ਇਸ ਮੁੱਦੇ ਵਿੱਚ ਪਾਰਦਰਸ਼ਤਾ ਕਿਵੇਂ ਲੈ ਕੇ ਆਈ ਜਾਵੇ। ਵੱਡਾ ਬਿਆਨ ਜਸਟਿਨ ਟਰੂਡੋ ਨੇ ਅੱਜ ਪੱਤਰਕਾਰਾਂ ਸਾਹਮਣੇ ਦਿੱਤਾ ਹੈ ਕਿ ਭਾਰਤ ਸਾਡਾ ਸਹਿਯੋਗ ਦੇਵੇ ਤਾਂ ਕਿ ਇਸ ਮਾਮਲੇ ਨੂੰ ਛੇਤੀ ਤੋਂ ਛੇਤੀ ਸੁਲਝਾਇਆ ਜਾ ਸਕੇ। ਬਾਰਿਸ਼ਾਂ ਤੇ ਹੜ੍ਹ ਦੇ ਪਾਣੀ ਨਾਲ ਡੇਂਗੂ ਦੇ ਫੈਲਾਅ ਨੂੰ ਰੋਕਣ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਮੁਹਿੰਮ ਹਰ ਸ਼ੁੱਕਰਵਾਰ ਡੇਂਗੂ ਤੇ ਵਾਰ ਦੀ ਸ਼ੁਰੂਆਤ ਕੀਤੀ ਗਈ। ਇਸ ਸੰਬੰਧੀ ਪੰਜਾਬ ਸਰਕਾਰ ਨੇ ਵਿਆਪਕ ਪੱਧਰ ਉੱਤੇ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਹਨ। ਸਰਕਾਰੀ ਹਸਪਤਾਲਾਂ ਵਿੱਚ ਡੇਂਗੂ ਤੇ ਮਲੇਰੀਆ ਦੇ ਮੁਫਤ ਟੈਸਟ ਅਤੇ ਮੁਫਤ ਇਲਾਜ ਦੀ ਸਹੂਲਤ ਦਿੱਤੀ ਗਈ ਹੈ। ਲਾਰਵਾਦੀ ਚੈਕਿੰਗ ਕਰਨ ਲਈ ਮੁਲਾਜ਼ਮਾਂ ਦੀ ਤੈਨਾਤੀ ਕਰਨ ਦੇ ਨਾਲ-ਨਾਲ ਸ਼ਹਿਰ ਅਤੇ ਪਿੰਡਾਂ ਵਿੱਚ ਦਵਾਈ ਦੇ ਛਿੜਕਾਅ ਲਈ ਢੁਕਵੇਂ ਪ੍ਰਬੰਧਾਂ ਨੂੰ ਵੀ ਯਕੀਨੀ ਬਣਾਇਆ ਗਿਆ ਹੈ। ਹਰ ਸ਼ੁੱਕਰਵਾਰ ਡੇਂਗੂ ਤੇ ਵਾਰ